वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करदियां जुगो जुग अटल छतर चवर तखत दे मालिक धन धन श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। सतगुरु सारियां दीयां यात्रा सफल करन। हुण समा है गुरु दरबार के नियम अनुसार गुरु इतिहास की चल रही लड़ीवार कथा का अपनियां मन बिरतियां इकागर करो, रसना पवित्र कर दे एक बार सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है एमनाबाद तो सतगुरु तलवंडी आए ने। चौधरी राय बुलार साहब ने बड़ा प्रेम प्रगट किया सी भाई मरदाना जी दे राही भाई बाले दे राही अरदासां बेनतियां भेजियां सन। धर्म दे विच एक शब्द आउंदा है प्रेम बसी। इत्थों तक कि जिहड़ा परमात्मा है वह भी प्रेम बसी है। और इहदा अगर साडे कोल कोई प्रगट कोई प्रमाण है तो वह है कि साच कहूँ सुन ले हो सब है, जिन प्रेम कियो तिन ही प्रभ पाए। प्रेम करके तो भाई बंदे नूं पाउणा दुनिया की किसी शोहरत नूं पाउणा ये तो बहुत छोटी गल है। रब भी पाया जा सकता है। जदों गुरु नानक साहब महाराज की आपां वो साखी सुनांगे भाई लहणे वाली कि वो किवें गुरु चरनां विच आए, किवें गुरु चरनां विच टिक गए। उत्थे एक जिक्र आवेगा केसां दे नाल झाड़ू मारन वाली एक इस्त्री दा, जिहड़ी खुद भाई लहणा जी नूं बोल के कहेगी कि लहणिया मैनू पछाणिया ही।
मैं ਉਹੀ ਦੇਵੀ ਹਾਂ ਜਿਹਦੇ ਦਰਸ਼ਨ ਕਰਨ ਵਾਸਤੇ ਤੂੰ ਪਹਾੜਾਂ ਵਿੱਚ ਆਉਣਾ, ਪੈਰਾਂ ਵਿੱਚ ਘੁੰਗਰੂ ਬੰਨ੍ਹ ਕੇ ਆਉਣਾ, ਸਾਰਾ ਰਸਤਾ ਨੱਚਦਾ ਟੱਪਦਾ ਮੇਰੀਆਂ ਭੇਟਾਂ ਗਾਉਂਦਾ ਆਉਣਾ ਮੇਰੇ ਦਰਸ਼ਨਾਂ ਵਾਸਤੇ। ਮੈਂ ਉਹੀ ਦੇਵੀ ਹਾਂ। ਹੁਣ ਭਾਈ ਲਹਿਣਾ ਜੀ ਪੁੱਛਦੇ ਨੇ ਵੀ ਮਾਂ ਫਿਰ ਇੱਥੇ ਕੀ ਕਰਦੀ ਹੈ? ਤਾਂ ਉਹਦਾ ਜਵਾਬ ਜਿਹੜਾ ਇਸ ਗ੍ਰੰਥ ਦੇ ਵਿੱਚ ਲਿਖਿਆ ਉਹ ਇਹ ਹੈ ਕਿ ਉਹ ਦੇਵੀ ਕਹਿੰਦੀ ਹੈ ਕਿ ਮੇਰੇ ਕੋਲ ਬੜੇ ਭਗਤ ਆਉਂਦੇ ਨੇ, ਉਹ ਕੂੜ ਪਦਾਰਥ ਮੁਝ ਤੇ ਲੈ ਹੈ, ਉਹ ਆਉਂਦੇ ਨੇ ਆ ਕੇ ਮੇਰੇ ਕੋਲੋਂ ਝੂਠੀਆਂ ਚੀਜ਼ਾਂ ਮੰਗਦੇ ਨੇ। ਹਰ ਚੀਜ਼ ਝੂਠੀ ਹੈ ਕਿਉਂਕਿ ਬਿਨਸਨਹਾਰ ਹੈ। ਸੱਚ ਦੀ ਜਿਹੜੀ ਡੈਫੀਨੇਸ਼ਨ ਹੈ, ਪਰਿਭਾਸ਼ਾ ਹੈ, ਸੱਚ ਦੀ ਪਹਿਚਾਣ ਕੀ ਹੈ? ਜਿਹੜਾ ਕੱਲ੍ਹ ਵੀ ਸੀ ਅੱਜ ਵੀ ਹੈ, ਜਿਹੜਾ ਕੱਲ੍ਹ ਵੀ ਹੋਏਗਾ ਉਹ ਸੱਚ ਹੈ। ਕੱਲ੍ਹ ਨਹੀਂ ਸੀ, ਅੱਜ ਹੈ, ਕੱਲ੍ਹ ਫਿਰ ਨਹੀਂ ਹੋਏਗਾ, ਉਹ ਤਾਂ ਝੂਠ ਹੈ। ਝੂਠ ਜਿਹਨੂੰ ਹਰ ਵਕਤ ਸਿੱਧ ਨਹੀਂ ਕੀਤਾ ਜਾ ਸਕਦਾ। ਸੱਚ ਉਹ ਹੈ ਜਿਹਨੂੰ ਹਰ ਵੇਲੇ ਪ੍ਰਮਾਣਿਕ ਵਿਖਾਇਆ ਜਾ ਸਕਦਾ ਹੈ। ਹੁਣ ਰੱਬ ਦੇ ਕੋਲੋਂ ਅਸੀਂ ਕੂੜ ਪਦਾਰਥ ਮੰਗਦੇ ਹਾਂ, ਪਰ ਮੁਕਤੀ ਦਾ ਪਦਾਰਥ ਤੇ ਭਾਈ ਫਿਰ ਗੁਰੂ ਤੋਂ ਹੀ ਮਿਲਦਾ। ਤੇ ਕਈ ਐਸੇ ਨੇ ਮੁਕਤੀ ਵੀ ਨਹੀਂ ਮੰਗਦੇ, ਉਹ ਕਹਿੰਦੇ ਨੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਨਹੀਂ, ਮੈਨੂੰ ਤੇਰੇ ਚਰਨਾਂ ਦਾ ਪ੍ਰੇਮ ਚਾਹੀਦਾ, ਮੈਂ ਮੁਕਤੀ ਕੀ ਕਰਨੀ, ਮੈਂ ਮੁਕਤ ਹੋ ਕੇ ਲੈਣਾ ਵੀ ਕੀ ਹੈ। ਦੇਖੋ ਇਹ ਅਵਸਥਾਵਾਂ ਨੇ ਤੁਹਾਡੇ ਮਨ ਦੀਆਂ। ਅਸੀਂ ਉਹ ਲੋਕ ਵੇਖੇ ਨੇ ਜਿਹੜੇ ਵਿਦੇਸ਼ਾਂ ਵਿੱਚ ਜਾਣ ਵਾਸਤੇ ਅਫਰੀਕਾ ਦੇ ਜੰਗਲਾਂ ਚੋਂ ਲੰਘਦੇ ਨੇ, ਲੌਰੀਆਂ 'ਚ ਬੰਦ ਹੋ ਕੇ ਜਾਂਦੇ ਨੇ, ਮੈਕਸੀਕੋ ਦੀਆਂ ਕੰਧਾਂ ਟੱਪਦੇ ਨੇ, ਸੁਰਗਾਂ 'ਚੋਂ ਲੰਘਦੇ ਨੇ। ਔਰ ਤੁਸੀਂ ਉਹ ਬਜ਼ੁਰਗ ਵੀ ਸੁਣੇ ਹੋਣਗੇ, ਵੇਖੇ ਹੋਣਗੇ, ਜਿਨ੍ਹਾਂ ਨੇ ਬਾਹਰਲੇ ਮੁਲਕਾਂ ਤੋਂ ਆ ਕੇ ਏਅਰਪੋਰਟ ਤੋਂ ਬਾਹਰ ਨਿਕਲ ਕੇ ਪਾਸਪੋਰਟ ਕੀ ਗ੍ਰੀਨ ਕਾਰਡ ਕੀ ਪਾੜ ਕੇ ਸੁੱਟ ਦਿੱਤੇ। ਆਖਿਆ ਮੁੜ ਕੇ ਨਹੀਂ ਜਾਣਾ, ਸਾਨੂੰ ਇਹੋ ਜਿਹੀਆਂ ਮਿੱਠੀਆਂ ਜੇਲਾਂ ਨਹੀਂ ਚਾਹੀਦੀਆਂ। ਹੁਣ ਇਹ ਕੀ ਹੈ? ਇੱਕ ਮਨ ਦੀ ਅਵਸਥਾ ਹੈ। ਇਸ ਕਰਕੇ ਜਦੋਂ ਵੀ ਤੁਸੀਂ ਕੋਈ ਕਥਾ ਸੁਣਦੇ ਹੋ ਉਹ ਤੁਹਾਡੇ ਉੱਤੇ ਅਸਰ ਅੰਦਾਜ਼ ਹੁੰਦੀ ਹੈ, ਨਜ਼ਰ ਅੰਦਾਜ਼ ਨਹੀਂ ਹੁੰਦੀ, ਹੁੰਦੀ ਅਸਰ ਅੰਦਾਜ਼ ਹੀ ਹੈ, ਬਸ਼ਰਤ ਕਿ ਤੁਹਾਡੀ ਅਵਸਥਾ ਕੀ ਹੈ। ਹੁਣ ਇਹੀ ਕੀਰਤਨ ਇੱਥੇ ਤੁਹਾਨੂੰ ਹੋਰ ਤਰ੍ਹਾਂ ਦਾ ਆਨੰਦ ਦਿੰਦਾ ਹੈ, ਦਰਬਾਰ ਸਾਹਿਬ ਜਾਓਗੇ ਹੋਰ ਤਰ੍ਹਾਂ ਦਾ ਆਨੰਦ ਦੇਗਾ। ਇਹੋ ਹੀ ਗੁਰਬਾਣੀ ਹੈ, ਇਹੋ ਹੀ ਗੁਰੂ ਗ੍ਰੰਥ ਸਾਹਿਬ ਹੈ, ਇਹੋ ਹੀ ਗੁਰੂਆਂ ਦੇ ਅਸਥਾਨ ਨੇ ਭਾਈ। ਸਿਰਫ ਫਰਕ ਇੰਨਾ ਵੀ ਉੱਥੇ ਜਦੋਂ ਤੁਸੀਂ ਜਾਂਦੇ ਹੋ ਤੇ ਪੁੱਗ ਕੇ ਜਾਂਦੇ ਹੋ, ਮਿੱਥ ਕੇ ਜਾਂਦੇ ਹੋ, ਆਪਣੀ ਮਨੋ ਅਵਸਥਾ ਇੱਦਾਂ ਦੀ ਬਣਾ ਕੇ ਜਾਂਦੇ ਹੋ ਵੀ ਮੈਂ ਉੱਥੇ ਅੱਧਾ ਘੰਟਾ ਬੈਠਣਾ ਹੈ। ਮੈਂ ਕਈ ਤੇ ਮੇਰੇ ਵਰਗੇ ਅਰਦਾਸਾਂ ਹੀ ਕਰਦੇ ਜਾਂਦੇ ਨੇ ਵੀ ਬਹਿਣ ਨੂੰ ਥਾਂ ਮਿਲ ਜੇ ਸਹੀ। ਹੁਣ ਇੱਥੇ ਥਾਂ ਵੀ ਹੈਗੀ ਹੈ, ਅਗਲਾ ਮਨ ਬਣਾ ਕੇ ਹੀ ਨਹੀਂ ਆਇਆ ਬਹਿਣਾ, ਤੇ ਕਿਵੇਂ ਬਿਠਾ ਲੋਗੇ? ਕੋਈ ਛੋਟਾ ਜਿਹਾ ਬੱਚਾ ਥੋੜਾ ਵੀ ਪੈਰ ਨੂੰ ਰੱਸੀ ਪਾ ਦੋਗੇ ਬਹਿ ਜਾ ਓਏ, ਨਹੀਂ। ਇਹ ਤਾਂ ਵੱਡ ਭਾਗੀ ਹਰ ਸੰਗਤ ਪਾਵੇਂ, ਭਾਗਹੀਨ ਭ੍ਰਮ ਚੋਟਾਂ ਖਾਵੇਂ। ਤੋ ਇਹ ਜਿਹੜੀ ਕਥਾ ਹੈ ਇਹ ਪ੍ਰੇਮ ਬਸੀ ਦੀ ਕਥਾ ਹੈ। ਚੌਧਰੀ ਰਾਏ ਬੁਲਾਰ ਨੇ ਬੇਨਤੀਆਂ ਕੀਤੀਆਂ
गुरु नानक साहब एमनाबाद तो वेखो पहली उदासी शुरू की है, तो पहले ही विजिट है एमनाबाद का, तो सतगुरु फिर वापस आ गए। कि पॉसीबल है कि तुसी कोई काम शुरू करो, कोई यात्रा शुरू करो, कोई ट्रैवलिंग शुरू करो, तो पहले स्टेशन तो तुहानू फिर वापस आना मुड़ पै जाए। आए सतगुरु, किवें आए? प्रेम बसी सी। सतगुरु तलवंडी आए ने, चंद्रभान बाला जी दे पिता जी का नाम है, उन्होंने दे खूह ते बैठे ने। पिता कालू जी नू खबर मिली है, पिता कालू जी चाचा लालू जी दौड़ के गए ने। इन्हां तो बाद मगर मां त्रिपता गई है। इन्हां तो बाद शरीके भाईचारे दे लोग भी गए ने। पिता कालू जी ने की वेखिया, एक चादरा सतगुरां ने लक नाल बद्धा है, एक चादरा ओढ़िया होया है, एक 2 गज का साफा सतगुरां ने सीस ते बद्धा होया है। ये फकीरी रूप वेख के चाचा पिता कालू जी गुस्से हो गए। चाचा लालू जी ने उस वक्त की नजाकत नूं पहचानिया, अपने भरा नूं रोकिया कि वेखी कालू कुछ बोली ना। आप गल शुरू की है। गुरु नानक साहब महाराज नूं आखिया, आनन उचर मदर बर बहना, एक बार लै चलिए ऐना, अस सुन कालू तूषण रहे हो, कर विचार ने बच कछ कहे हो, लालू टिग हवै बचन उबाचा। चाचा लालू जी अगे वधे, उन्होंने गुरु नानक साहब महाराज नूं एक बचन आखिया, सुन नानक मैं तुमरो चाचा, नानक सुन मैं तेरा चाचा। पछाणे आई। अंतर तनक तोर मम बैसा, वेख थोड़ा जिहा मेरे विच ते तेरे पिता विच फर्क है। काहदा? उम्र का। वो वड्डा है ते मैं छोटा। मैं हूं तुमरे ताते जैसा। पर एक गल याद रखी, उम्र का फर्क है, रिश्ते का कोई फर्क नहीं है। वो पिता है, मैं पिता वर्गा, बस इन्ना ही फर्क है। वो प्यो है, मैं प्यो वर्गा। इथों तक आपने कल कथा सुनी सी। अगली कथा आप जी बड़े प्यार दे नाल सरवण करो। हाँ जी। जब विदेश उठ कर चले, रुदन करत तब माते, बंदी पढ़ो। जब विदेश उठ कर चले, रुदन करत तब माते। चाचे लालू ने आखिया, नानक जदों पता लग्या कि पुत्र तू मोदी खाना छड्ड दिता है, फिर पता लग्या तू घर भी छड्ड दिता है, फिर पता लगा भी जंगलों में जाके बह गया है, फिर अगली खबर आई भी हुण ते देश ही छड्ड दिता है। ये खबर सुनने तो बाद ये जिहड़ी तेरी जन्म देने वाली मां त्रिपता है, इस तेरी मां की हालत ये सी कि रुदन करत, ये रोंदी रहिंदी सी। हाँ जी। सुत को बिरह विचार कै, बिलपत बासर रात। बासर कहते ने दिन नूं, रात कहते ने रात नूं। ये विलकदी रहिंदी सी, हर वक्त रोंदे रहना, हर वक्त पुत्र दे बिरहे विच। इन्हां दी अवस्था जिहड़ी सी वो ये सी कि रुदन करत, बिलपत, विलकना,
ਜਦੋਂ ਅਸੀਂ ਬਹੁਤ ਦੁਖੀ ਹੁੰਨੇ ਆ ਨਾ, ਤੇ ਆਪਾਂ 24 ਘੰਟੇ ਰੋਂਦੇ ਨਹੀਂ। ਜਾਂ ਇਹਨੂੰ ਇੱਕ ਸ਼ਬਦ ਹੋਰ ਵੀ ਅਸੀਂ ਦਿੰਨੇ ਆ ਕਿ ਬੰਦੇ ਦੇ ਦੁੱਖਾਂ ਦੀ ਇੱਕ ਅਵਸਥਾ ਐਸੀ ਵੀ ਆਉਂਦੀ ਹੈ ਕਿ ਬੰਦੇ ਦੇ ਰੋ ਰੋ ਕੇ ਅੱਖਾਂ 'ਚੋਂ ਪਾਣੀ ਮੁੱਕ ਜਾਂਦਾ ਹੈ। ਇੱਕ ਮੁਹਾਵਰਾ ਹੈ ਕਿ ਇੱਕ ਬੰਦੇ ਨੇ ਇੰਨਾ ਕੁ ਰੋ ਲਿਆ, ਕਹਿੰਦੇ ਹੁਣ ਤੇ ਇਹਦੀਆਂ ਅੱਖਾਂ 'ਚੋਂ ਪਾਣੀ ਵੀ ਮੁੱਕ ਗਿਆ। ਭਾਵ ਜਿਹਨੂੰ ਯੂਜ਼ ਟੂ ਸ਼ਬਦ ਅਸੀਂ ਕਹਿੰਦੇ ਅੰਗਰੇਜ਼ੀ ਦਾ, ਇੱਕ ਉਹ ਰੋਣ ਵਿੱਚ ਵੀ ਯੂਜ਼ ਟੂ ਹੋ ਗਿਆ। ਪਰ ਉਹਦੀ ਇੱਕ ਸਟੇਜ ਜਿਹੜੀ ਹੈ ਉਹ ਕੀ ਹੁੰਦੀ ਹੈ, ਉੱਠਦਿਆਂ ਬਹਿੰਦਿਆਂ ਉਹ ਊਂਘਦਾ ਹੈ, ਕੋਈ ਨਾ ਕੋਈ ਸ਼ਬਦ ਉਹਦੇ ਮੂੰਹ ਤੋਂ ਨਿਕਲਦਾ ਹੈ, ਹਾਏ, ਜਾਂ ਕੋਈ ਇਸ ਤਰ੍ਹਾਂ ਦਾ ਹੋਰ ਵਰਡ ਕੋਈ। ਫਿਰ ਲੋਕ ਮਹਿਸੂਸ ਕਰਦੇ ਨੇ ਉਹਦੀ ਉਸ ਫੀਲਿੰਗ ਨੂੰ, ਉਹਦੀ ਉਸ ਅੰਦਰ ਦੀ ਅਵਸਥਾ ਨੂੰ। ਚਾਚੇ ਲਾਲੂ ਦੇ ਦੱਸਣ ਦਾ ਭਾਵ ਇਹ ਸੀ ਵੀ ਨਾਨਕ, ਜਦੋਂ ਦਾ ਤੇਰਾ ਪਤਾ ਲੱਗਿਆ ਕਿ ਤੂੰ ਵਿਦੇਸ਼ ਚਲਾ ਗਿਆ, ਮਾਂ ਰੋਂਦੀ ਰਹਿੰਦੀ ਹੈ, ਬਿਰਹੇ ਵਿੱਚ ਵਿਲਕਦੀ ਰਹਿੰਦੀ ਹੈ। ਹਾਂਜੀ। ਸੁਤ ਕੋ ਬਿਰਹਿ ਵਿਚਾਰ ਕੈ, ਬਿਲਪਤ ਬਾਸਰ ਰਾਤ। ਕਾਲੂ ਤੁਮੈ ਕੋ ਵਾਕ ਉਚਾਰੇ, ਚੇਤ ਨ ਕਰ ਚਿਤ ਦੇਹੋ ਵਿਸਾਰੇ। ਰਹੀ ਗੱਲ ਤੇਰੇ ਪਿਤਾ ਦੀ, ਤੇਰੀ ਇਸ ਮਾਂ ਦੀ ਅਵਸਥਾ ਤੋਂ ਬਾਅਦ ਮੈਂ ਤੈਨੂੰ ਕਹਿਣਾ ਚਾਹੁੰਦਾ, ਹੋ ਸਕਦਾ ਬਹੁਤ ਵਾਰੀ ਤੇਰੇ ਪਿਤਾ ਕਾਲੂ ਨੇ ਤੈਨੂੰ ਕੁਵਾਕ ਆਖੇ ਹੋਣ, ਮਾੜੇ ਵਾਕ ਆਖੇ ਹੋਣ, ਜਿਹੜੇ ਤੈਨੂੰ ਨਾ ਚੰਗੇ ਲੱਗਦੇ ਹੋਣ। ਹੋ ਸਕਦਾ ਰੁੱਖੇ ਕੌੜੇ ਫਿੱਕੇ ਤੇਰੇ ਪਿਤਾ ਨੇ ਕੋਈ ਤੈਨੂੰ ਸ਼ਬਦ ਬੋਲੇ ਹੋਣ, ਕੋਈ ਬੋਲ ਬੋਲੇ ਹੋਣ। ਹਾਂਜੀ। ਨਿਜ ਜਨਨੀ ਦਿਸ਼ ਦੇਖ ਦਇਆ ਕਰ, ਗਵਨੋ ਨੈ ਵਿਦੇਸ਼ ਰਹੋ ਨਿਜ ਘਰ। ਪਰ ਤੂੰ ਪਿਤਾ ਵੱਲ ਨਾ ਵੇਖ। ਜੇ ਤੈਨੂੰ ਇਹ ਵੇ ਵੀ ਤਾਂ ਕਾਲੂ ਤਾਂ ਬਾਪੂ ਤਾਂ ਰੋਜ਼ ਬੋਲਦਾ ਹੀ ਰਹਿੰਦਾ, ਇਹ ਤੇ ਮੈਨੂੰ ਮਾੜਾ ਕਹਿੰਦਾ ਹੀ ਰਹਿੰਦਾ, ਇਹ ਮਾੜਾ ਕਹਿੰਦਾ ਇਸ ਕਰਕੇ ਮੈਂ ਘਰ ਵਿੱਚ ਨਹੀਂ ਰਹਿਣਾ, ਉਹ ਕਹਿੰਦੇ ਤੂੰ ਇਸ ਗੱਲ ਨੂੰ ਛੱਡ ਦੇ, ਪਿਤਾ ਦੀ ਗੱਲ ਨੂੰ ਛੱਡ। ਨਿਜ ਜਨਨੀ ਦਿਸ਼ ਦੇਖ ਦਇਆ ਕਰ, ਤੇ ਤੂੰ ਆਪਣੇ ਮਾਤਾ ਵੱਲ ਤਾਂ ਵੇਖ। ਠੀਕ ਹੈ, ਪਿਤਾ ਤੈਨੂੰ ਮਾੜਾ ਬੋਲਦਾ ਹੈ, ਪਰ ਆਪਣੀ ਮਾਤਾ ਦੀ ਅਵਸਥਾ ਵੇਖ। ਗਵਨੋ ਨੈ ਵਿਦੇਸ਼ ਰਹੋ ਨਿਜ ਘਰ। ਹੁਣ ਤੂੰ ਇੱਥੇ ਰਹਿ, ਹੁਣ ਤੂੰ ਵਿਦੇਸ਼ ਨਾ ਜਾ। ਹਾਂਜੀ। ਮਾਨਸ ਨੇ ਮਹਿ ਮਗਨ ਰਹੇ ਨਿਤ, ਗਇਓ ਵਿਦੇਸ਼ ਹੁਤੋ ਮੁਝ ਇੱਕ ਸੁਤ। ਤੇਰੀ ਮਾਂ ਦੀ ਅਵਸਥਾ ਇਹ ਹੈ ਕਿ ਮਨ ਸਨੇਹ ਮੈਂ ਮਗਨ ਰਹੇ ਨਿਤ। ਤੇਰੇ ਪਿਆਰ ਵਿੱਚ ਤੇਰੀ ਮਾਂ ਮਸਤਾਨੀ ਹੋਈ ਰਹਿੰਦੀ ਹੈ, ਤੇ ਰੱਬ ਨੂੰ ਇੱਕੋ ਹੀ ਗੱਲ ਕਹਿੰਦੀ ਰਹਿੰਦੀ ਹੈ ਵੀ ਰੱਬਾ ਤੂੰ ਮੈਨੂੰ ਇੱਕ ਪੁੱਤਰ ਦਿੱਤਾ ਹੈ। ਗਇਓ ਵਿਦੇਸ਼ ਹੋਤੋ ਮੁਝ ਇੱਕ ਸੁਤ। ਮੇਰੇ 5-7 ਪੁੱਤਰ ਹੁੰਦੇ, ਇੱਕ ਵਿਦੇਸ਼ ਚਲਾ ਜਾਂਦਾ, ਕੋਈ ਗੱਲ ਨਹੀਂ ਸੀ, ਪਰ ਮੈਨੂੰ ਤੇ ਪੁੱਤਰ ਵੀ ਇੱਕ ਦਿੱਤਾ ਹੈ ਤੇ ਉਹ ਵੀ ਵਿਦੇਸ਼ ਘੱਲ ਦਿੱਤਾ ਹੈ। ਹਾਂਜੀ। ਜਾਂ ਤੇ ਕਰਤ ਬਿਲਾਪ ਕਲਾਪਾ, ਸੁਤ ਬਿਰਹਾ ਤੇ ਤਨ ਪਰ ਤਾਪਾ। ਇਸ ਕਰਕੇ ਮਾਂ ਤ੍ਰਿਪਤਾ ਜਿਹੜੀ ਹੈ ਇਹ ਕਲਪਦੀ ਰਹਿੰਦੀ ਹੈ, ਵਰਲਾਪ ਕਰਦੀ ਰਹਿੰਦੀ ਹੈ। ਪੁੱਤਰ ਦੇ ਬਿਰਹੇ ਦਾ ਇਹਦੇ ਸਰੀਰ ਤੇ ਤਾਪ ਚੜਿਆ ਰਹਿੰਦਾ ਹੈ। ਇਹਦਾ ਸਰੀਰ ਜਿਹੜਾ ਹੈ ਉਹ ਕਦੇ ਆਮ ਨਹੀਂ ਹੁੰਦਾ। ਤੇਰੇ ਇਸ ਬਿਰਹੇ ਦੇ ਤਾਪ ਵਿੱਚ ਤੇਰੀ ਮਾਂ ਤ੍ਰਿਪਤਾ ਜਿਹੜੀ ਹੈ ਪੁੱਤਰ, ਉਹ ਦਿਨ ਰਾਤ ਤੜਫਦੀ ਹੈ। ਸੁਨਤ ਸਰੋਤ ਸਦਨ ਤੇ ਧਾਈ, ਬਦਨ ਬਿਲੋਕਨ ਹਿਤ ਦ੍ਰੁਤ ਆਈ। ਵੇਖ ਨਾਨਕ, ਮੈਂ ਦੌੜਿਆ, ਤੇਰਾ ਪਿਤਾ ਕਾਲੂ ਦੌੜਿਆ, ਤੇਰੀ ਮਾਂ ਦੀ ਕੰਨਾਂ ਵਿੱਚ ਜਦੋਂ ਸਰੋਤ ਆਈ,
ਆਵਾਜ਼ ਆਈ, ਖਬਰ ਆਈ, ਪਤਾ ਲੱਗਿਆ, ਵੇਖੇ ਵੀ ਸਾਡੇ ਮਗਰ ਦੌੜੀ ਆਈ ਹੈ। ਤੇਰੀ ਮਾਂ ਤ੍ਰਿਪਤਾ ਜਿਹੜੀ ਹੈ ਇਹ ਬਦਨ ਬਲੋਕਣ ਹਿਤ ਦ੍ਰੁਤ ਆਈ, ਜਲਦੀ ਨਾਲ। ਦ੍ਰੁਤ ਦਾ ਅਰਥ ਹੈ ਛੇਤੀ ਨਾਲ। ਇਹ ਬੜੀ ਜਲਦੀ ਦੇ ਨਾਲ ਆਪਣੇ ਘਰੋਂ ਨਿਕਲ ਸਾਡੇ ਮਗਰ ਤੁਰੀ ਹੈ। ਹਾਂਜੀ। ਵੱਡੋ ਭਰਾਤ ਹਉ ਪਿਤ ਸਮਝਾਨੋ, ਸਨਮੁਖ ਨੈ ਕਬ ਬਚਨ ਬਖਾਨੋ। ਮੇਰੇ ਵੱਡੇ ਭਰਾਤਾ ਨੇ ਸ਼੍ਰੀ ਕਾਲੂ ਜੀ, ਤੇ ਮੈਂ ਇਹਨਾਂ ਨੂੰ ਹਮੇਸ਼ਾ ਆਪਣੇ ਪਿਤਾ ਦੇ ਸਮਾਨ ਮੰਨਿਆ। ਇਸੇ ਕਰਕੇ ਮੈਂ ਤੇਰੇ ਪਿਤਾ ਸ਼੍ਰੀ ਕਾਲੂ ਜੀ ਦੇ ਸਾਹਮਣੇ ਮੈਂ ਕਦੇ ਕੋਈ ਸ਼ਬਦ ਨਹੀਂ ਬੋਲਿਆ, ਕਦੇ ਕੋਈ ਵਾਕ ਨਹੀਂ ਆਖਿਆ। ਹਾਂਜੀ। ਨਿਜ ਨਕੇਤ ਚਲਿਏ ਅਬੈ, ਰਹੋ ਨ ਜਾਓ ਵਿਦੇਸ਼। ਇਸ ਕਰਕੇ ਮੇਰੀ ਤੇਰੇ ਚਾਚੇ ਦੀ ਤੈਨੂੰ ਇਹ ਬੇਨਤੀ ਹੈ, ਪੁੱਤਰ ਘਰ ਚੱਲ, ਘਰੇ ਰਹੋ। ਹੁਣ ਪੁੱਤਰ ਤੂੰ ਵਿਦੇਸ਼ ਨਹੀਂ ਜਾਣਾ। ਇਹ ਜਿਹੜਾ ਬਾਹਰ ਤੁਰਨ ਫਿਰਨ ਦਾ ਪ੍ਰੋਗਰਾਮ ਹੈ ਇਹ ਪੁੱਤਰ ਛੱਡ ਦੇ, ਆਪਣਾ ਘਰ ਸੰਭਾਲ, ਆਪਣੇ ਘਰ ਵਸ। ਹਾਂਜੀ। ਮਾਤ ਪਿਤਾ ਸੁਖ ਦੀਜੀਐ, ਦੂਰ ਕਰੋ ਇਹ ਬੇਸ। ਆ ਜਿਹੜੇ ਪੁੱਤਰ ਤੂੰ ਫਕੀਰਾਂ ਵਾਲੇ ਕੱਪੜੇ ਪਾ ਲਏ ਨੇ, ਉਤਾਰ ਇਹਨੂੰ, ਛੱਡ ਪਰਾਂ, ਇਹਦੀ ਕੀ ਲੋੜ ਹੈ। ਸੋਹਣੇ ਸੰਸਾਰੀਆਂ ਵਾਲੇ ਪਰਿਵਾਰਾਂ ਵਾਲੇ ਕੱਪੜੇ ਪਾ ਤੇ ਆਪਣੇ ਮਾਤਾ ਪਿਤਾ ਨੂੰ ਸੁੱਖ ਦੇ। ਤੂੰ ਘਰ ਰਵੇਂਗਾ, ਉਹਨਾਂ ਨੂੰ ਸੁੱਖ ਮਿਲੇਗਾ। ਹਾਂਜੀ। ਗਿਆਨ ਸਾਨ ਸ੍ਰੀ ਨਾਨਕ ਬਾਣੀ, ਆਨਨ ਭਣੈ ਅਨਕ ਗੁਣ ਖਾਨੇ। ਹੁਣ ਮੇਰੇ ਸਤਿਗੁਰੂ ਪਿਤਾ ਜੀ ਨੇ ਗਿਆਨ ਦੇ ਵਿੱਚ ਭਰੀ ਹੋਈ ਬਾਣੀ ਆਪਣੇ ਮੁਖ ਤੋਂ ਉਚਾਰੀ ਹੈ, ਜਿਹਦੇ ਵਿੱਚ ਬੜੇ ਗੁਣ ਨੇ। ਉਹ ਗੁਰੂ ਨਾਨਕ ਜਿਹੜੇ ਗੁਣਾਂ ਦੀ ਖਾਣ ਨੇ। ਦੇਖੋ, ਆਮ ਆਦਮੀ ਜਦੋਂ ਕੋਈ ਤੁਹਾਨੂੰ ਮਿਲੇਗਾ ਤੇ ਤੁਸੀਂ ਕਹੋਗੇ ਇਹ ਵੀਰ ਜੀ ਬੜੇ ਦਾਨੀ ਨੇ। ਇੱਕ ਗੁਣ ਹੋਇਆ ਨਾ, ਇਹ ਬੜਾ ਹੀ ਵਧੀਆ ਬੋਲਦੇ ਨੇ, ਇਹ ਇੱਕ ਗੁਣ ਹੋਇਆ। ਬਾਕੀ ਗੁਣ ਤਾਂ ਬੜੇ ਹੁੰਦੇ ਨੇ ਭਾਈ। ਇੱਕ ਗੁਣ ਦੇ ਨਾਲ ਤੇ ਇੱਕ ਕਿਸੇ ਚੰਗਿਆਈ ਦੇ ਨਾਲ ਤੇ ਸਾਰੇ ਨੰਬਰ ਨਹੀਂ ਨਾ ਮਿਲ ਸਕਦੇ ਆਪਾਂ ਨੂੰ। ਸਾਰੇ ਗੁਣ ਕਿਹਦੇ ਵਿੱਚ ਨੇ, ਪਰ ਸਾਰੇ ਗੁਣਾਂ ਦਾ ਜਨਮ ਕਿਹਦੇ ਵਿੱਚੋਂ ਹੁੰਦਾ ਹੈ, ਉਹਦਾ ਨਾਂ ਗੁਰੂ ਨਾਨਕ ਹੈ। ਸਭ ਚੰਗਿਆਈਆਂ, ਮੈਂ ਤਾਂ ਕਈ ਵਾਰੀ ਬੇਨਤੀ ਕੀਤੀ ਵੀ ਆਪਾਂ ਨੂੰ ਮਹਿਸੂਸ ਹੀ ਨਹੀਂ ਹੁੰਦਾ, ਬੰਦਾ ਸਾਡੇ ਸਾਹਮਣੇ ਸਾਡੀ ਬੇਇੱਜ਼ਤੀ ਕਰਦਾ। ਗਿਆਨੀ ਜੀ, ਹਾਂਜੀ ਤੁਹਾਡਾ ਬੇਟਾ ਮਿਲਿਆ ਸੀ, ਤੁਹਾਡਾ ਬੇਟਾ ਤੇ ਬੜਾ ਹੀ ਚੰਗਾ ਹੈ। ਪੁੱਛੋ ਵੀ ਮੈਨੂੰ ਕੀੜੇ ਪਏ ਨੇ, ਮਤਲਬ ਬੰਦਾ ਕੀ ਕਹਿ ਰਿਹਾ ਹੈ, ਤੁਹਾਡਾ ਬੇਟਾ ਬੜਾ ਚੰਗਾ ਹੈ। ਕਹਿਣਾ ਇਹ ਚਾਹੀਦਾ ਸੀ ਉਹਨੂੰ ਵੀ ਤੁਹਾਡਾ ਬੇਟਾ ਮਿਲਿਆ, ਉਹ ਬਿਲਕੁਲ ਤੁਹਾਡੇ ਤੇ ਹੈ, ਬਿਲਕੁਲ ਮਿਲਿਆ। ਹਾਂਜੀ, ਤੁਹਾਡੇ ਵਾਂਗੂ ਬੜਾ ਹੀ ਸਿਆਣਾ ਹੈ। ਥੋੜੀ ਜਿਹੀ ਇੱਜ਼ਤ ਬਚ ਗਈ। ਅਮੂਮਨ ਸਾਡੇ ਨਾਲ ਇਦਾਂ ਹੀ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਜਾਂ ਕੋਈ ਵੀ ਗੱਲ ਕਰੇ, ਸੁਭਾਵਿਕ ਹੈ ਅਸੀਂ ਕਿਸੇ ਵਿਅਕਤੀ ਬਾਰੇ ਵੀ ਜਦੋਂ ਦੱਸਦੇ ਉਹਦਾ ਇੱਕ ਗੁਣ ਦੱਸਦੇ ਆ। ਇਹਨਾਂ ਦੀ ਜੀ ਪੋਸਟ ਬੜੀ ਵੱਡੀ ਹੈ, ਪੁੱਛੋ ਵੀ ਕਰਪਟ ਤਾਂ ਨਹੀਂ ਹੈ, ਬੇਈਮਾਨ ਤਾਂ ਨਹੀਂ ਹੈ, ਕੰਮ ਚੋਰ ਤਾਂ ਨਹੀਂ ਹੈ। ਅਫਸਰ ਹੋਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਕਈ ਅਫਸਰ ਆਪਣੀ ਕੁਰਸੀ ਤੇ ਨਹੀਂ ਬਹਿੰਦੇ। ਸਾਰੇ ਗੁਣ ਕਿਹਦੇ ਵਿੱਚ ਨੇ? ਆਪਣੀ ਪਦਵੀ ਨਾਲ ਇਨਸਾਫ ਕਰਨਾ, ਜਿਸ ਪद्धति ਨੂੰ ਤੁਸੀਂ ਪਹੁੰਚੇ ਹੋ ਉਸ ਪद्धति ਦੇ ਅਨੁਸਾਰ ਦੁਨੀਆ ਦੇ ਵਿੱਚ ਆਪਣੇ ਸੰਸਕਾਰਾਂ ਨੂੰ ਵਰਤਾਉਣਾ, ਇਹ ਬੜੀ ਵੱਡੀ ਕਾਬਲੀਅਤ ਹੈ। ਗੁਰੂ ਨਾਨਕ ਗੁਣਾਂ ਦੀ ਖਾਣ ਨੇ। ਸਾਰੇ ਬੰਦੇ ਤੁਹਾਨੂੰ ਨਹੀਂ ਮਿਲਣਗੇ। ਤੁਸੀਂ ਅਵਤਾਰਾਂ ਦਾ ਇਤਿਹਾਸ ਪੜ੍ਹੋ, ਦੇਵੀ ਦੇਵਤਿਆਂ ਦੇ ਇਤਿਹਾਸ ਪੜ੍ਹੋ, ਯੁੱਗਾਂ ਦੇ ਇਤਿਹਾਸ ਪੜ੍ਹੋਗੇ। ਕਿਸੇ ਨੂੰ 16 ਕਲਾ ਕਿਹਾ, ਪਰ ਜਦੋਂ ਗੁਰੂ ਨਾਨਕ ਪਿਤਾ ਦੀ ਗੱਲ ਆਉਂਦੀ ਹੈ
ਉੱਥੇ ਸਰਬ ਕਲਾ ਹੈ। ਸਰਬ ਕਲਾ ਬਣ ਆਈ। 16 ਗੁਣ ਨਹੀਂ, ਕੋਈ ਗੁਣ ਹੈ ਹੀ ਨਹੀਂ ਜਿਹੜਾ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਦੇ ਵਿੱਚ ਨਹੀਂ ਹੈ। ਔਰ ਦੁਨੀਆ ਦੇ ਵਿੱਚ ਤੁਸੀਂ ਵੇਖਿਆ ਹੋਏਗਾ ਇਹ ਪਹਿਲਾ ਅਵਤਾਰ ਹੈ ਦੁਨੀਆ ਦੇ ਵਿੱਚ। ਨਹੀਂ ਤੇ ਹਜ਼ਰਤ ਮੁਹੰਮਦ ਸਾਹਿਬ ਨੂੰ ਵੀ ਜੰਗ ਲੜਨੇ ਪਏ ਨੇ, ਹਜ਼ਰਤ ਈਸਾ ਨੂੰ ਵੀ ਸੂਲੀ ਚੜ੍ਹਨਾ ਪਿਆ, ਸ਼੍ਰੀ ਰਾਮਚੰਦਰ ਸ਼੍ਰੀ ਕ੍ਰਿਸ਼ਨ ਜੀ ਨੂੰ ਵੀ ਵੱਡੇ ਵੱਡੇ ਜੰਗਾਂ ਤੇ ਯੁੱਧਾਂ ਦੇ ਵਿੱਚੋਂ ਸ਼ਸਤਰ ਚੁੱਕ ਕੇ ਤੁਰਨਾ ਪਿਆ ਹੈ। ਵਾਹਿਦ ਇੱਕ ਗੁਰੂ ਨਾਨਕ ਹੈ ਜਿਨ੍ਹਾਂ ਨੂੰ ਕਦੇ ਵੀ ਇਹੋ ਜਿਹਾ ਤੁਸੀਂ ਇਤਿਹਾਸ ਵਿੱਚ ਕਿਤੇ ਵੇਖਿਆ ਹੀ ਨਹੀਂ ਹੋਏਗਾ। ਵੱਡੇ ਵੱਡੇ ਜੋਗੀ ਲੋਕ ਵੀ ਮਿਲੇ ਨੇ ਤਾਂ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸੋ ਆਪਣਾ ਪੰਥ ਨਿਰਾਲਾ। ਬਾਣੀ ਦੇ ਨਾਲ, ਸ਼ਬਦ ਦੇ ਨਾਲ ਸੱਚੇ ਪਾਤਸ਼ਾਹ ਨੇ ਇਸ ਸੰਸਾਰ ਨੂੰ ਜਿੱਤਿਆ। ਹਾਂਜੀ। ਇਕਨ ਕੇਤ ਰੋਕਿਓ ਕਰ ਦਾਵਾ, ਜਿਹ ਤੇ ਕਬੇ ਨਾ ਹੋਤ ਚਲਾਵਾ। ਸਤਿਗੁਰੂ ਕਹਿਣ ਲੱਗੇ ਚਾਚਾ ਸੁਣ, ਇੱਕ ਨਕੇਤ ਰੋਕਿਓ ਕਰ ਦਾਵਾ। ਇੱਕ ਘਰ ਵਿੱਚ ਇਹ ਦਾਵਾ ਕਰ ਲਿਆ ਇਹ ਘਰ ਮੇਰਾ ਹੈ, ਬੰਦਾ ਰੁਕ ਗਿਆ, ਸਾਰੀ ਉਮਰ ਉਸ ਘਰ ਦੇ ਵਿੱਚ ਹੀ ਉਹਦੀ ਬਤੀਤ ਹੋ ਜਾਂਦੀ ਹੈ। ਜੇ ਤੇ ਕਬੇ ਨਾ ਹੋਤ ਚਲਾਵਾ, ਤੇ ਸਾਰੀ ਉਮਰ ਉਸ ਘਰ ਨੂੰ ਸੰਭਾਲਦਾ ਸੰਭਾਲਦਾ ਆਦਮੀ ਉਹਨੂੰ ਫੁਰਸਤ ਹੀ ਨਹੀਂ ਮਿਲੀ। ਕਿਸੇ ਨੇ ਕਿਹਾ ਵੀ ਤੇ ਇੱਕੋ ਹੀ ਜਵਾਬ ਦਿੱਤਾ ਵੀ ਨਹੀਂ, ਘਰ ਨਿਗਰਾਨੀ ਕਰਨ ਵਾਲਾ ਕੋਈ ਨਹੀਂ, ਘਰ ਸੰਭਾਲਣ ਵਾਲਾ ਕੋਈ ਨਹੀਂ। ਵੇਖੋ ਬੜੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਦੁਨੀਆ 'ਚ ਵਿਚਰੋ ਤੇ ਪਤਾ ਲੱਗਦਾ। ਹੁਣ ਕਈਆਂ ਨੂੰ ਇੱਦਾਂ ਲੱਗਦਾ ਵੀ ਘਰ 'ਚ ਸੀ ਜਿਹੜੇ ਉਹ ਟੀਵੀ ਕੈਮਰੇ ਆਉਂਦੇ ਨੇ, ਸੀਸੀ ਕੈਮਰੇ ਲਾ ਲਓ, ਫਿਰ ਕੀ ਕਹਿੰਦੇ ਆ ਆਪਾਂ, ਉਹ ਜੀ ਉਹਨਾਂ ਨੂੰ ਇੰਟਰਨੈਟ ਦੇ ਥਰੂ ਤੁਸੀਂ ਵੇਖ ਸਕਦੇ ਹੋ। ਪਰ ਚੇਤਾ ਰੱਖਣਾ ਇਹ ਉਹੀ ਬੇਕੂਫੀ ਹੈ ਜਿਹੜੀ ਦੁਨੀਆ ਦੇ ਅੱਤਵਾਦੀਆਂ ਨੇ ਕੀਤੀ ਹੈ। ਸੈਟਲਾਈਟ ਫੋਨ ਆਏ, ਕ੍ਰਿਮੀਨਲ ਬੰਦਿਆਂ ਨੇ ਸਭ ਤੋਂ ਪਹਿਲਾਂ ਖਰੀਦ ਲਏ, ਅਮਰੀਕਾ ਤੋਂ ਹੀ ਆਉਂਦੇ ਸੀ ਉਹ। ਤੋ ਇਸ ਭੁਲੇਖੇ 'ਚ ਰਹਿ ਵੀ ਉਹ ਕਸ਼ਮੀਰ 'ਚ ਉਹ ਨਹੀਂ ਫੜੇ ਜਾਂਦੇ, ਪਾਕਿਸਤਾਨ 'ਚ ਨਹੀਂ ਫੜੇ ਜਾਂਦੇ, ਇੰਡੀਆ 'ਚ ਨਹੀਂ ਫੜੇ ਜਾਂਦੇ। ਪਰ ਨਹੀਂ ਫੜੇ ਜਾਂਦੇ ਤੇ ਟੈਲੀਫੋਨ ਹੈ, ਕੋਈ ਨਾ ਕੋਈ ਤੇ ਆਪਰੇਟ ਕਰਦਾ ਹੋਏਗਾ, ਕਿਤੇ ਨਾ ਕਿਤੇ ਉਹਦਾ ਆਪਰੇਸ਼ਨ ਚੱਲਦਾ ਹੋਏਗਾ। ਅਖੀਰ ਫੜੇ ਗਏ, ਸਾਰਾ ਕੁਝ ਹੀ ਗਵਾ ਕੇ ਬਹਿ ਗਏ ਆਪਣਾ। ਬਿਲਕੁਲ ਇਸੇ ਤਰ੍ਹਾਂ ਜਿਹੜੇ ਤੁਸੀਂ ਆਪਣੇ ਘਰਾਂ ਵਿੱਚ ਕੈਮਰੇ ਲਾਏ ਨੇ, ਇਹ ਜ਼ਰੂਰ ਧਿਆਨ ਰੱਖਣਾ ਕਿ ਉਹਨਾਂ ਨੂੰ ਕੋਈ ਨਾ ਕੋਈ ਤੇ ਆਪਰੇਟ ਕਰਦਾ ਹੈ ਨਾ। ਜਿਹੜਾ ਸਾਈਬਰ ਕ੍ਰਾਈਮ ਕੀ ਹੈ, ਸਗੋਂ ਤੁਸੀਂ ਤੇ ਆਪ ਲੋਕਾਂ ਨੂੰ ਦੱਸਤਾ ਵੀ ਅਸੀਂ ਘਰ ਹੈ ਨਹੀਂ ਗੇ, ਕੈਮਰੇ ਹੀ ਨੇ। ਤੁਸੀਂ ਆਪਣੇ ਉੱਦਾਂ ਤੇ ਕੋਈ ਬੰਦਾ ਪਹਿਲਾਂ ਕਿਸੇ ਦੇ ਘਰ ਚੋਰੀ ਹੁੰਦੀ ਸੀ, ਪਤਾ ਕਿਹਨੂੰ ਫੜਦੇ ਸੀ? ਉਹ ਵੇਖਦੇ ਸੀ ਵੀ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਘਰ ਕੋਈ ਸਪਰੇਅ ਕਰਨ ਤੇ ਨਹੀਂ ਆਇਆ, ਤੁਹਾਡੇ ਘਰ ਵਿੱਚ ਕੋਈ ਗਾਰਡਨ ਠੀਕ ਕਰਨ ਤੇ ਨਹੀਂ ਆਇਆ, ਤੁਹਾਡਾ ਕੋਈ ਵਾਚਮੈਨ ਤੇ ਉਸ ਦਿਨ ਦਾ ਲਾਪਤਾ ਨਹੀਂ ਹੈ, ਤੁਹਾਡੇ ਕਿਸੇ ਕੰਮ ਵਾਲੀ ਦੇ ਬੱਚਿਆਂ ਨੇ ਕੋਈ ਨਵੀਆਂ ਚੀਜ਼ਾਂ ਤਾਂ ਨਹੀਂ ਖਰੀਦਣੀਆਂ ਸ਼ੁਰੂ ਕਰਤੀਆਂ। ਪੈਸਾ ਹੱਥ ਆਏਗਾ ਤੇ ਇਹ ਤੇ ਪੈਸੇ ਦਾ ਇੱਕ ਸੁਭਾਅ ਹੈ, ਇਹ ਲੁਕਦਾ ਥੋੜ੍ਹਾ। ਪਰ ਹੁਣ ਤੁਸੀਂ ਕੈਮਰੇ ਲਾ ਕੇ ਤੁਸੀਂ ਸਾਈਬਰ ਕ੍ਰਾਈਮ ਵਾਲਿਆਂ ਨੂੰ ਦੱਸ ਦਿੱਤਾ ਵੀ ਸਾਡੇ ਘਰ 'ਚ ਕੋਈ ਨਹੀਂ ਹੈਗਾ ਇਸ ਵੇਲੇ। ਜਿੰਨੇ ਅਸੀਂ ਚੁਸਤ ਆ ਨਾ, ਇਹ ਜ਼ਰੂਰ ਚੇਤਾ ਰੱਖਣਾ, ਜਿਹੜੇ ਮਾੜੇ ਲੋਕ ਨੇ ਉਸ ਤੋਂ ਵੀ ਚੁਸਤ ਨੇ। ਜਦੋਂ ਪਹਿਲੀ ਵਾਰੀ ਏਅਰਪੋਰਟ ਤੇ ਬੰਦਾ ਫੜਿਆ ਸੀ ਨਾ, ਵੀਲ ਚੇਅਰ ਤੇ ਲੱਤ ਤੇ ਪਲਸਤਰ ਲਾਇਆ, ਉਹ ਸ਼ਾਇਦ ਪਤਾ ਨਹੀਂ ਸੈਚਰਡੇ ਸੰਡੇ ਦੀ ਗੱਲ ਸੀ, ਤੇ ਉਹਨੂੰ ਪੁੱਛਿਆ ਵੀ ਇਹ ਤੂੰ ਕੀਤਾ ਕੀ ਹੈ? ਉਹਨੇ ਕੀ ਕੀਤਾ? ਵੀਲ ਚੇਅਰ ਲੈ ਲਈ, ਲੱਤ ਤੇ ਪਲਸਤਰ ਲਾ ਲਿਆ, ਵਿੱਚ ਮਾਲ ਪਾ ਲਿਆ। ਉਹ ਕਹਿੰਦੇ ਸਿੱਖਿਆ ਕਿੱਥੋਂ ਹੈ? ਕਹਿੰਦਾ ਕੱਲ ਨਵੀਂ ਫਿਲਮ ਨਹੀਂ ਰਿਲੀਜ਼ ਹੋਈ ਸ਼ੁੱਕਰਵਾਰ, ਉਹਦੇ ਵਿੱਚ ਵਿਲਨ ਨੇ ਕੀਤਾ ਸੀ। ਹੁਣ ਫਿਲਮ ਰਿਲੀਜ਼ ਮਗਰੋਂ ਹੋਈ, ਉਸ ਬੰਦੇ ਨੇ ਪ੍ਰੈਕਟੀਕਲ ਪਹਿਲਾਂ ਕੱਢ ਮਾਰਿਆ, ਪੁਲਿਸ ਵਾਲੇ ਦਾ ਦਿਮਾਗ ਉੱਥੋਂ ਤੱਕ ਗਿਆ ਹੀ ਨਹੀਂ। ਇਸ ਕਰਕੇ ਜਦੋਂ ਇਸ ਕਥਾ ਨੂੰ ਸੁਣਨਾ ਹੈ ਨਾ, ਤੇ ਇਹਦੇ ਵਿੱਚੋਂ ਆਪਣੀ ਜ਼ਿੰਦਗੀ ਨੂੰ ਜਿਉਣ ਦਾ ਢੰਗ ਲੱਭਣਾ ਹੈ। ਕਥਾ ਗੁਰੂ ਨਾਨਕ ਦੀ ਹੈ, ਸਵਾਲ ਵੀ ਸਾਨੂੰ ਕੀ ਲਾਭ ਹੋਇਆ?
ਕਥਾ ਤੇ ਗੁਰੂ ਦੀ ਹੈ ਤੇ ਗੁਰੂ ਤੇ ਮਹਾਨ ਹੈ, ਇਹਨੂੰ ਸੁਣ ਕੇ ਕਹਿਣ ਦੀ ਕੀ ਲੋੜ ਹੈ। ਮੈਂ ਤੇ ਬਿਨਾਂ ਸੁਣਨ ਤੋਂ ਵੀ ਕਹਿ ਦਿੰਦਾ ਧੰਨ ਗੁਰੂ ਨਾਨਕ। ਪਰ ਜਦੋਂ ਪੂਰੀ ਕਥਾ ਸੁਣੋਗੇ ਫਿਰ ਪਤਾ ਲੱਗੇਗਾ, ਇੱਕ ਨਕੇਤ ਰੋਕਿਓ ਕਰ ਦਾਵਾ, ਜੇ ਤੇ ਕਬੇ ਨਾ ਹੋਤ ਚਲਾਵਾ। ਬੰਦਿਆ ਤੂੰ ਇੱਕ ਘਰ ਮੱਲ ਲਿਆ ਕਿ ਇਹ ਘਰ ਮੇਰਾ ਹੈ। ਭਗਤ ਜੀ ਪਤਾ ਕੀ ਕਹਿੰਦੇ ਨੇ, ਕਹਿੰਦੇ ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕਿਛ ਤੇਰਾ। ਜਿੱਦਨ ਆਖਰੀ ਵੇਲਾ ਆਉਣਾ ਹੈ, ਸ਼ਾਇਦ ਤੈਨੂੰ ਪਤਾ ਨਹੀਂ, ਇਹ ਦੱਸਣ ਦੀ ਲੋੜ ਹੈ ਕਿ ਤੂੰ ਮਰ ਗਿਆ ਹੈ। ਸਭ ਤੋਂ ਪਹਿਲਾਂ ਅਗਲੇ ਨੇ ਤੇਰੀ ਮੰਜੀ ਖੋਣੀ ਹੈ, ਭੁੱਜੇ ਲਾ ਲੈਣਾ ਤੈਨੂੰ। ਔਰ ਉਸ ਤੋਂ ਬਾਅਦ ਜਿੰਨੀਆਂ ਕੁ ਚੀਜ਼ਾਂ ਉਹ ਸਾਂਭ ਸਕਦੇ ਹੋਏ ਉਹਨਾਂ ਸਾਂਭ ਲੈਣੀਆਂ ਨੇ। ਤੇ ਜਿਹੜੀਆਂ ਫਿਰ ਮੰਨੀਆਂ ਗਈਆਂ ਵੀ ਇਹ ਤਾਂ ਮ੍ਰਿਤਕ ਸਰੀਰ ਨਾਲ ਲੱਗ ਚੁੱਕੀਆਂ ਨੇ, ਉਹ ਚੀਜ਼ਾਂ ਉਹਨਾਂ ਨੇ ਮੁੜ ਕੇ ਆਪਣੇ ਘਰ 'ਚ ਨਹੀਂ ਰੱਖਣੀਆਂ। ਉਹ ਮੰਜਾ ਬਿਸਤਰਾ ਸਭ ਚੁੱਕ ਕੇ ਬਾਹਰ ਕੱਢ ਦੇਣਾ ਉਹਨਾਂ ਨੇ। ਚਾਚਾ ਲਾਲੂ ਕਹਿਣ ਲੱਗੇ ਪੁੱਤਰ ਘਰ ਚੱਲ। ਸਤਿਗੁਰੂ ਕਹਿਣ ਲੱਗੇ ਨਹੀਂ ਚਾਚਾ, ਗੱਲ ਇਹ ਹੈ ਕਿ ਆਦਮੀ ਇੱਕ ਘਰ ਦਾ ਦਾਵਾ ਕਰਦਾ ਤੇ ਸਾਰੀ ਉਮਰ ਉਸ ਘਰ ਨੂੰ ਸੰਭਾਲਣ ਤੇ ਉਹ ਆਪਣੀ ਜ਼ਿੰਦਗੀ ਗੁਜ਼ਾਰ ਦਿੰਦਾ ਹੈ। ਹਾਂਜੀ। ਪੂਰਨ ਕੇਤ ਔਰ ਸਭ ਜਾਣੈ, ਤਿਹਨ ਕੇਤ ਸੋ ਜਬ ਮਨ ਮਾਨੈ। ਜਦੋਂ ਅਸਲ ਘਰ ਦੀ ਗੱਲ ਸਮਝ ਆਉਂਦੀ ਹੈ ਕਿ ਨਿੱਜ ਘਰ ਕਿਹੜਾ ਹੈ, ਫਿਰ ਬੰਦੇ ਨੂੰ ਸਮਝ ਆਉਂਦੀ ਵੀ ਇਹ ਘਰ ਝੂਠਾ ਹੈ। ਜਿਸ ਘਰ ਦੇ ਭੁਲੇਖੇ ਵਿੱਚ ਮੈਂ ਪਿਆ, ਨਹੀਂ ਇਹ ਘਰ ਸਾਡਾ ਨਹੀਂ, ਇਹ ਘਰ ਅਸਲ ਵਿੱਚ ਇੱਕ ਦਿਨ ਛੱਡ ਗਵਾਵਣਾ, ਉਹ ਦਿਨ ਦੂਰ ਨਹੀਂ ਹੈ ਜਦੋਂ ਇਹ ਘਰ ਛੱਡ ਕੇ ਸਾਨੂੰ ਜਾਣਾ ਪਵੇਗਾ। ਇਸ ਕਰਕੇ ਤੇ ਨਕੇਤ ਸੋ ਜਬ ਮਨ ਮਾਨੈ, ਜਦੋਂ ਰੱਬ ਦੇ ਘਰ ਨਾਲ ਮਨ ਮੰਨਦਾ ਹੈ ਉਦੋਂ ਫਿਰ ਇਹ ਘਰ ਸਾਨੂੰ ਸਾਰ ਨਜ਼ਰ ਨਹੀਂ ਆਉਂਦਾ, ਇਹ ਹਮੇਸ਼ਾ ਦਾ ਨਜ਼ਰ ਨਹੀਂ ਆਉਂਦਾ। ਹਾਂਜੀ। ਬਿਨ ਸਜਾਏ ਇਹ ਕੂਰ ਪਸਾਰਾ, ਫਾਸੇ ਬਾਦ ਨਰ ਜਗ ਜੰਜਾਰਾ। ਇਹਦੇ ਵਿੱਚ ਝੂਠੇ ਪਸਾਰੇ ਦੇ ਵਿੱਚ ਲੋਕ ਫਸ ਜ਼ਰੂਰ ਜਾਂਦੇ ਨੇ। ਫਸੇ ਬਾਦ ਨਰ ਜਗ ਜੰਜਾਰਾ, ਇਹ ਜਗਤ ਦੇ ਜੰਜਾਲ ਨੇ। ਇਹਨਾਂ ਝੂਠੇ ਜੰਜਾਲਾਂ ਦੇ ਵਿੱਚ ਆਪਾਂ ਫਸ ਜਾਂਦੇ ਹਾਂ। ਕਈ ਵਾਰੀ ਨਾ ਆਪਾਂ ਨੂੰ ਲੱਗਦਾ ਹੈ ਬੱਚੇ ਆਖੇ ਨਹੀਂ ਲੱਗਦੇ, ਪਰਿਵਾਰ ਆਖੇ ਨਹੀਂ ਲੱਗਦਾ। ਕਈ ਵਾਰੀ ਉਹਦੇ ਵਿੱਚੋਂ ਭਲਾ ਹੋ ਜਾਂਦਾ ਹੈ ਕਿ ਥੋੜੀ ਜਿਹੀ ਘਰਦਿਆਂ ਦੀ ਬੇਰੁਖੀ ਜਿਹੜੀ ਹੈ ਉਹ ਤੁਹਾਨੂੰ ਹੱਥ ਵਿੱਚ ਸੋਟੀ ਫੜਾ ਕੇ ਗਲੀ 'ਚ ਤੋਰ ਦਿੰਦੀ ਵੀ ਚੱਲ ਨਹੀਂ ਤੇਰੇ ਕੋਈ ਇੱਥੇ ਘਰ ਆਖੇ ਲੱਗਦਾ ਤੇ ਜਾ ਘੜੀ ਗੁਰਦੁਆਰੇ ਹੀ ਬਹਿ ਜਾ, ਭਲਾ ਸ਼ੁਰੂ ਹੋ ਗਿਆ। ਤੁਸੀਂ ਯਕੀਨ ਕਰਨਾ, ਇੱਕ ਬਜ਼ੁਰਗ ਮੈਨੂੰ ਖੁਦ ਮਿਲਿਆ, ਉਹ ਗੱਲ ਕਰਨ ਲੱਗਾ ਤੇ ਮੈਨੂੰ ਕਿਸੇ ਨੇ ਕਿਹਾ ਵੀ ਉੱਚੀ ਬੋਲ, ਇਹਨੂੰ ਘੱਟ ਸੁਣਦਾ ਹੈ। ਤੇ ਮੈਂ ਇਹੋ ਹੀ ਕਿਹਾ, ਮੈਂ ਕਿਹਾ ਬਾਪੂ ਕੰਨ, ਕਹਿੰਦਾ ਭਲਾ ਹੋਇਆ। ਮੈਂ ਕਿਹਾ ਕੀ? ਕਹਿੰਦਾ ਨਿੰਦਿਆ ਚੁਗਲੀ ਸੁਣਨ ਤੋਂ ਛੁੱਟੇ। ਕਹਿੰਦਾ ਨਹੀਂ ਤੇ ਇਹੀ ਸੋਚੀ ਜਾਈਦਾ ਸੀ ਇਹ ਪਤਾ ਨਹੀਂ ਕੀ ਕਹਿੰਦਾ, ਉਹ ਪਤਾ ਨਹੀਂ ਕੀ ਕਹਿੰਦਾ। ਕਹਿੰਦਾ ਹੁਣ ਨਾ ਸੁਣੀਏ, ਨਾ ਸੁਣਿਆ ਜਾਏ ਤੇ ਨਾ ਹੀ ਇਹ ਰਸ, ਕਹਿੰਦਾ ਰਸ ਵੀ ਖਤਮ ਹੋ ਗਿਆ। ਨਹੀਂ ਤੇ ਸਾਰਾ ਦਿਨ ਉਹਦੀ ਸੁਣ ਲਓ, ਉਹਦੀ ਸੁਣ ਲਓ, ਉਹਦੀ ਸੁਣ ਲਓ, ਜਿਹੜਾ ਮਿਲਿਆ ਉਹਨੂੰ ਹੀ ਕਿਹਾ ਸੁਣਾ ਬਈ। ਭਾਈ ਵੀਰ ਸਿੰਘ ਨੇ ਲਿਖਿਆ, ਉਹ ਕਹਿੰਦੇ ਭਲਾ ਹੋਇਆ ਮੇਰੀ ਚਰਖੀ ਟੁੱਟੀ। ਕਹਿੰਦਾ ਚੰਗਾ ਹੋ ਗਿਆ ਜਿਹੜਾ ਮੈਂ ਚਰਖਾ ਕੱਤਦਾ ਸੀ ਇਹ ਟੁੱਟ ਗਿਆ। ਜਿੰਦ ਅਜਾਬੋਂ ਛੁੱਟੀ, ਵੀ ਇਸ ਕਤਨ ਕਤਾਉਣ ਦੇ ਸਿਆਪੇ ਤੋਂ ਤੇ ਮੁੱਕਿਆ ਨਾ ਕੰਮ, ਚਰਖਾ ਹੀ ਟੁੱਟ ਗਿਆ, ਕੀ ਲੋੜ ਹੈ ਐਵੇਂ ਸਾਰਾ ਦਿਨ ਸਮਾਂ ਬਰਬਾਦ ਕਰਨ ਦੀ। ਹਾਂਜੀ। ਬੈਸ ਬਿਹਾਵੈ ਵਿਸਰੈ ਸਾਰੇ, ਗਮ ਨੇ ਅੰਤ ਸਮੇਂ ਕਰ ਚਾਰੇ। ਉਮਰ ਬੀਤ ਜਾਂਦੀ ਹੈ, ਪਰਮਾਤਮਾ ਭੁੱਲਿਆ ਰਹਿੰਦਾ ਹੈ। ਗਮਨੇ ਅੰਤ ਸਮੇਂ ਕਰ ਝਾਰੀ, ਅੰਤ ਸਮਾਂ ਆਉਂਦਾ ਤੇ ਬੰਦਾ ਦੋਵੇਂ ਹੱਥ ਝਾੜ ਕੇ ਤੁਰ ਪੈਂਦਾ ਹੈ। ਜਦੋਂ ਅਖੀਰ ਵਕਤ ਆਉਂਦਾ ਹੈ ਤੇ ਦੋਵੇਂ ਹੱਥ ਬੰਦੇ ਦੇ ਖਾਲੀ ਹੁੰਦੇ ਨੇ। ਸਿਕੰਦਰ ਦੇ ਬਾਰੇ ਹੀ ਕਿਹਾ ਜਾਂਦਾ ਹੈ ਕਿ ਜਦੋਂ ਉਹ ਮਰਨ ਲੱਗਿਆ ਉਹਨੇ ਹਰ ਯਤਨ ਕੀਤਾ, ਪਰ ਜਦੋਂ ਉਹ ਕਿਸੇ ਗੱਲ ਵਿੱਚ ਕਾਮਯਾਬ ਨਹੀਂ ਹੋਇਆ, ਸਕਸੈਸ ਨਹੀਂ ਹੋਇਆ,
ਤੇ ਕਹਿੰਦੇ ਉਸਨੇ ਆਪਣੀ ਅੰਤਮ ਇੱਛਾ ਇਹ ਰੱਖੀ ਸੀ ਕਿ ਜਦੋਂ ਮੇਰਾ ਜਨਾਜ਼ਾ ਉੱਠੇਗਾ ਮੇਰੇ ਦੋਵੇਂ ਹੱਥ ਕਫਨ ਤੋਂ ਬਾਹਰ ਕੱਢ ਦੇਣੇ। ਉਹ ਕਹਿੰਦੇ ਜੀ ਇਹਦੇ ਨਾਲ ਕੀ ਹੋਏਗਾ? ਕਹਿੰਦਾ ਦੁਨੀਆ ਨੂੰ ਪਤਾ ਤੇ ਲੱਗੇਗਾ ਵੀ ਖਾਲੀ ਹੱਥ ਜਾ ਰਿਹਾ। ਹਾਂਜੀ। ਪੂਰ ਬਿਸੂਰ ਆਗੇ ਜਾਈ, ਫਸੇ ਕੂਰ ਮੈਂ ਬੈਸ ਬਿਹਾਈ। ਝੂਠ ਦੇ ਵਿੱਚ ਫਸ ਕੇ ਬੰਦੇ ਆਪਣੀ ਉਮਰ ਗੁਜ਼ਾਰਦੇ ਨੇ ਤੇ ਭੂਰ ਬਸੂਰੇ ਆਗੇ ਜਾਈ, ਜਦੋਂ ਦੁਨੀਆ ਤੋਂ ਜਾਂਦੇ ਨੇ ਤੇ ਝੋਰੇ ਤੋਂ ਇਲਾਵਾ, ਪਛਤਾਵੇ ਤੋਂ ਇਲਾਵਾ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੁੰਦਾ। ਕੋਈ ਰਾਸ ਨਹੀਂ, ਕੋਈ ਪੂੰਜੀ ਨਹੀਂ, ਕੋਈ ਸੌਜ ਨਹੀਂ, ਕੋਈ ਸਮਗਰੀ ਨਹੀਂ। ਹਾਂਜੀ। ਲਾਲੂ ਭਾਖੈ ਤਾਤ ਸੁਣ, ਆਈ ਹੈ ਤੁਝ ਮਾਤ। ਗੁਰੂ ਨਾਨਕ ਦੇ ਪਿਤਾ ਜੀ ਨੇ ਗਿਆਨ ਦੀ ਬਾਤ ਦੱਸੀ ਹੈ, ਪਰ ਚਾਚਾ ਲਾਲੂ ਜੀ ਤਾਂ ਉੱਥੇ ਹੀ ਰੁਕੇ ਹੋਏ ਨੇ। ਉਹਨਾਂ ਫੇਰ ਸ਼ੁਰੂ ਕਰ ਲਿਆ, ਕਹਿਣ ਲੱਗੇ ਪੁੱਤਰ ਸੁਣ, ਵੇਖ ਤੇ ਸਹੀ, ਆ ਵੇਖ ਤੇਰੀ ਬੁੱਢੜੀ ਮਾਂ ਤ੍ਰਿਪਤਾ ਆਈ ਹੈ। ਹਾਂਜੀ। ਬਹੁਤ ਦਿਵਸ ਕੇ ਦਰਸ ਕੋ, ਅਬਿਲਾਖਾ ਅਧਿਕਾਤ। ਕਈ ਸਾਲ ਹੋ ਗਏ ਪੁੱਤਰ ਇਹਨੇ ਤੈਨੂੰ ਵੇਖਿਆ ਨਹੀਂ ਸੀ। ਵੇਖੇ ਦੀ ਅਬਲਾਖਾ ਜਿਹੜੀ ਹੈ, ਅਧਿਕਾਤ ਕਿੰਨੀ ਵਧੀ ਹੋਈ ਹੈ, ਤੇ ਤੂੰ ਘਰ ਨਹੀਂ ਚੱਲੇਗਾ? ਤੂੰ ਆਪਣੀ ਮਾਂ ਨੂੰ ਜਿਹੜੀ ਉਹਦੀ ਮਮਤਾ ਹੈ, ਜਿਹੜਾ ਉਹਦਾ ਪਿਆਰ ਹੈ, ਕਿ ਉਹ ਨਹੀਂ ਦੇਵੇਂਗਾ? ਹਾਂਜੀ। ਹਉ ਚਾਚਾ ਕਾਲੋ ਪਿਤ ਤੁਮਰਾ, ਪ੍ਰੇਮ ਕਰਤ ਪਰਵਾਰੈ ਸਗਰਾ। ਵੇਖ ਪੁੱਤਰ, ਮੈਂ ਚਾਚਾ, ਕਾਲੂ ਤੇਰਾ ਪਿਤਾ, ਤ੍ਰਿਪਤਾ ਤੇਰੀ ਮਾਂ, ਅਸੀਂ ਪੁੱਤਰ ਤੈਨੂੰ ਸਾਰੇ ਹੀ ਬੜਾ ਪਿਆਰ ਕਰਦੇ ਹਾਂ। ਹਾਂਜੀ। ਚਲੋ ਕੁਟੰਬ ਵਿਖੈ ਨਿਜ ਰਹੀਐ, ਆਨ ਜਾਨ ਕੋ ਨਾਮ ਨ ਕਹੀਐ। ਹੁਣ ਤੁਸੀਂ ਕਿਤੇ ਨਹੀਂ ਜਾਣਾ, ਕਿਤੇ ਜਾਣ ਦੀ ਗੱਲ ਨਹੀਂ ਕਰਨੀ, ਨਾਂ ਨਹੀਂ ਲੈਣਾ, ਤੇ ਪੁੱਤਰ ਘਰ ਚੱਲੋ, ਆਪਣਾ ਘਰ ਸੰਭਾਲੋ, ਆਪਣੇ ਘਰ ਚੱਲ ਕੇ ਰਹੋ। ਹਾਂਜੀ। ਬਾਂਧਵ ਮੈਂ ਪਤ ਹਵੈ ਅਧਕਾਈ, ਲਖ ਹੈ ਲਾਇਕ ਕੋ ਸਭ ਪਾਈ। ਬਾਂਧਵ ਹੈ ਪਤ ਹਵੈ ਅਧਕਾਈ, ਇੱਥੇ ਤੇਰੇ ਭਰਾ ਨੇ, ਸ਼ਰੀਕਾ ਹੈ, ਇੱਥੇ ਤੇਰੀ ਬੜੀ ਇੱਜ਼ਤ ਹੈ ਪੁੱਤਰ। ਲਖ ਹੈ ਲਾਇਕ ਕੋ ਸਭ ਭਾਈ, ਸਭ ਤੈਨੂੰ ਲਾਇਕ ਸਮਝਦੇ ਨੇ, ਯੋਗ ਸਮਝਦੇ ਨੇ, ਵੱਡਾ ਸਮਝਦੇ ਨੇ, ਸਿਆਣਾ ਮੰਨਦੇ ਨੇ ਤੈਨੂੰ। ਹਾਂਜੀ। ਵੇਖ ਫਕੀਰੀ ਜੋ ਤੁਮ ਕੀਨੋ, ਸਭ ਹੈ ਸ਼ਰੀਕਨ ਇਉ ਮਨ ਚੀਨੋ। ਪਰ ਜਿਹੜੇ ਤੂੰ ਫਕੀਰਾਂ ਵਾਲੇ ਕੱਪੜੇ ਪਾਏ ਨੇ, ਜੇ ਪੁੱਤਰ ਇਹੀ ਕੱਪੜੇ ਪਾ ਕੇ ਰੱਖੇਗਾ ਤੇ ਪਤਾ ਦੁਨੀਆ ਦੇ ਵਿੱਚ ਸੁਨੇਹਾ ਕੀ ਜਾਏਗਾ, ਲੋਕ ਕੀ ਕਹਿਣਗੇ? ਵੇਖ ਫਕੀਰੀ ਜੋ ਤੁਮ ਕੀਨੋ, ਸਭੈ ਸ਼ਰੀਕਨ ਇਉ ਮਨ ਚੀਨੋ। ਸਾਰਿਆਂ ਦੇ ਵਿੱਚ ਇੱਕੋ ਹੀ ਗੱਲ ਵਸ ਜਾਏਗੀ, ਇੱਕੋ ਹੀ ਗੱਲ ਹੋਏਗੀ ਵੀ ਹੁਣ ਇਹਨੇ ਇੱਦਾਂ ਦੇ ਕੱਪੜੇ ਪਾਉਣੇ ਸੀ, ਹੋਰ ਕਰਨਾ ਵੀ ਕੀ ਸੀ? ਹੁਣ ਇਹਦੇ ਕੋਲੇ ਬਚਿਆ ਵੀ ਕੀ ਸੀ? ਜੇ ਇੱਦਾਂ ਦੇ ਕੱਪੜੇ ਵੀ ਨਾ ਪਾਉਂਦਾ ਤੇ ਫਿਰ ਕੀ ਕਰਦਾ? ਹਾਂਜੀ। ਪਇਓ ਨਿਲਾਇਕ ਆਏ ਨ ਕਾਜਾ, ਤਨ ਮੈਂ ਵੇਖ ਫਕੀਰੀ ਸਾਜਾ। ਨਲਾਇਕ ਹੈ, ਇਹਨੂੰ ਕੰਮ ਕਰਨਾ ਨਹੀਂ ਆਉਂਦਾ, ਇਸੇ ਕਰਕੇ ਫਕੀਰਾਂ ਨਾਲ ਰਲ ਗਿਆ। ਆਮ ਕਰਕੇ ਜਿਹੜੇ ਫਕੀਰ ਨੇ ਨਾ, ਵੇਖੋ ਸਾਰੇ ਫਕੀਰ ਵੀ ਬ੍ਰਹਮ ਗਿਆਨੀ ਨਹੀਂ ਹੈਗੇ। ਫਕੀਰੀ ਲਿਬਾਸ ਦੇ ਵਿੱਚ ਵੀ ਇੱਥੇ ਆਸਾਰਾਮ ਵਰਗੇ ਵੀ ਹੈਗੇ ਨੇ, ਇੱਥੇ ਰਾਮਪਾਲ ਵਰਗੇ ਵੀ ਹੈਗੇ ਨੇ, ਇੱਥੇ ਗੁਰਮੀਤ ਰਾਮ ਰਹੀਮ ਵਰਗੇ ਵੀ ਹੈਗੇ ਨੇ। ਫਕੀਰਾਂ 'ਚ ਵੀ ਤੇ ਇੱਕ ਤੋਂ ਇੱਕ ਮਾੜੇ ਬੈਠੇ ਨੇ, ਜਿਹੜੇ ਆਪਣੇ ਆਪ ਨੂੰ ਸਟੈਬਲਿਸ਼ਡ ਕਰ ਚੁੱਕੇ ਲੋਕ ਨੇ। ਪਰ ਇਹਦੇ ਤੋਂ ਇਲਾਵਾ ਜਿਹੜਾ ਅਮੂਮਨ ਲੋਕਾਂ ਦੇ ਵਿੱਚ ਹੈ, ਉਹ ਕੀ ਹੈ? ਕਹਿੰਦੇ ਤੇ ਵਿਹਲੜ ਹੈ। ਆਮ ਕਰਕੇ ਲੋਕ ਵਿਹਲੜ ਸਮਝਦੇ ਨੇ, ਨਫ਼ਰਤ ਕਰਦੇ ਨੇ। ਤੇ ਜਿਹੜੇ ਕੋਈ ਚੰਗੇ ਜੀਵਨ ਵਾਲੇ, ਸੱਚੀ ਸੁੱਚੀ ਕਮਾਈ ਵਾਲੇ, ਕੋਈ ਰੱਬ ਦੇ ਨਾਲ ਪੁੱਗੇ ਹੋਏ ਜਿਹੜੇ ਰੱਬ ਦੇ ਫਕੀਰ ਨੇ, ਪਹਿਲੀ ਗੱਲ ਤਾਂ ਉਹਨਾਂ ਨੇ ਅਡੰਬਰ ਤੋਂ ਲੈਣਾ ਕੁਝ ਨਹੀਂ ਹੁੰਦਾ। ਉਹਨਾਂ ਨੇ ਕੀ ਲੈਣਾ ਹੈ? NGO ਖੋਲ੍ਹ ਕੇ ਉਹਨਾਂ ਨੇ ਕੀ ਲੈਣਾ ਹੈ? ਵੱਡੀਆਂ ਵੱਡੀਆਂ ਜਥੇਬੰਦੀਆਂ ਬਣਾ ਕੇ ਉਹ ਤੇ ਇੱਕ ਥਾਂ 'ਤੇ ਬੈਠੇ ਆਪਣੀ ਭਗਤੀ ਕਰਦੇ ਨੇ, ਤੇ ਉੱਥੇ ਹੀ ਦੁਨੀਆ ਆ ਜਾਂਦੀ ਹੈ। ਫਿਰ ਤਿੰਨ ਕੋ ਪ੍ਰਜਾ ਪੂਜਣੇ ਆਈ, ਉਹਨਾਂ ਨੂੰ ਪੂਜਾ ਕਰਾਉਣ ਵਾਸਤੇ ਅਡੰਬਰ ਨਹੀਂ ਕਰਨੇ ਪੈਂਦੇ। ਉਹਨਾਂ ਨੂੰ ਕੀ ਲੋੜ ਹੈ?
ਉਹਨਾਂ ਨੂੰ ਤਾਂ ਆਪ ਦੁਨੀਆ ਪੂਜਣ ਆਉਂਦੀ ਹੈ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਹਨੇ ਰੱਬ ਦੀ ਪੂਜਾ ਕਰ ਲਈ, ਰੱਬ ਨੇ ਉਹਨਾਂ ਦੀ ਪੂਜਾ ਕਰਾਉਣੀ ਹੈ ਭਾਈ। ਇਸ ਕਰਕੇ ਪੁੱਤਰ ਤੂੰ ਫਕੀਰਾਂ ਵਾਲੇ ਕੱਪੜੇ ਪਾ ਲੈ। ਪਤਾ ਤਲਵੰਡੀ ਵਿੱਚ ਸੁਣਿਆ ਕੀ ਜਾਏਗਾ, ਸਭ ਕਹਿਣਗੇ ਨਾ ਇਹਨੂੰ ਖੇਤੀਬਾੜੀ ਆਉਂਦੀ ਹੈ, ਨਾ ਇਹਨੂੰ ਹੱਟੀ ਦੁਕਾਨਦਾਰੀ ਆਉਂਦੀ ਹੈ, ਤੇ ਜਦੋਂ ਕੋਈ ਕੰਮ ਚੱਜ ਆਉਂਦਾ ਹੀ ਨਹੀਂ ਤੇ ਫਿਰ ਵੇਲੜਾ ਫਕੀਰਾਂ ਵਾਲੇ ਕੱਪੜੇ ਨਾ ਪਾਉਂਦਾ ਤੇ ਕੀ ਕਰਦਾ। ਪੁੱਤਰ ਬਦਨਾਮੀ ਹੋਏਗੀ। ਇਹਦੇ ਨਾਲ ਲੋਕ ਸਾਨੂੰ ਨਲਾਇਕ ਸਮਝਣਗੇ, ਲੋਕ ਸਾਨੂੰ ਵੇਲੜ ਕਰਕੇ ਵੇਖਣਗੇ, ਮੰਨਣਗੇ, ਬੋਲਣਗੇ। ਹਾਂਜੀ, ਚੱਲੋ ਬਸੋ ਨਿਜ ਬਾਂਧਵ ਮਾਹੀ, ਮਾਨੋ ਬਸ ਮਮ ਫੇਰੋ ਨਾਹੀ। ਚੱਲ ਪੁੱਤਰ ਆਪਣੇ ਭਰਾਵਾਂ ਵਿੱਚ ਰਹਿ, ਸੋਹਣੀ ਖੇਤੀਬਾੜੀ ਕਰ, ਸੋਹਣੇ ਕਾਰੋਬਾਰ ਕਰ। ਵੇਖ ਤੇਰੇ ਪਿਤਾ ਕੋਲੇ ਕਿੰਨੀ ਧਨ ਸੰਪਤੀ ਹੈ, ਕਿੰਨੀ ਜ਼ਮੀਨ ਜਾਇਦਾਦ ਹੈ। ਘਰ ਵਿੱਚ ਕਿਸੇ ਭਾਂਡੇ ਟੀਂਡੇ ਦੀ ਕੋਈ ਕਮੀ ਹੈ? ਕੋਈ ਘਾਟਾ ਨਹੀਂ ਹੈ। ਹਾਂਜੀ, ਸ੍ਰੀ ਨਾਨਕ ਆਨਨ ਭਨੈ, ਹੈ ਬਹੁ ਮਮ ਪਰਵਾਰ। ਅੱਗੋਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਚਾਚਾ ਪਰਿਵਾਰ ਮੇਰਾ ਵੀ ਹੈਗਾ। ਤੂੰ ਤੇ ਪਰਿਵਾਰ ਗਿਣ ਕੇ ਦੱਸਦਾ ਵੀ ਮੈਂ ਚਾਚਾ, ਕਾਲੂ ਪਿਤਾ, ਤ੍ਰਿਪਤਾ ਮਾਂ, ਬਾਕੀ ਸ਼ਰੀਕੇ ਦਾ ਭਾਈਚਾਰਾ ਤੇ ਘਰ ਚੱਲ। ਸਤਿਗੁਰੂ ਕਹਿਣ ਲੱਗੇ ਪਰਿਵਾਰ ਚਾਚਾ ਮੇਰੇ ਕੋਲ ਵੀ ਹੈਗਾ। ਹੁਣ ਚਾਚੇ ਨੂੰ ਹੈਰਾਨੀ ਹੋਈ ਵੀ ਇਹਦੇ ਕੋਲੇ ਕਿਹੜਾ ਪਰਿਵਾਰ ਹੈ। 2 ਬੱਚੇ ਸੀ, ਇੱਕ ਘਰ ਵਾਲੀ ਸੀ। ਵੱਡਾ ਬੱਚਾ ਇਹਨੇ ਭੈਣ ਕੋਲੇ ਛੱਡ ਦਿੱਤਾ ਹੈ, ਦੂਜੇ ਬੱਚੇ ਨੂੰ ਲੈ ਕੇ ਘਰ ਵਾਲੀ ਜਿਹੜੀ ਹੈ ਉਹ ਬਟਾਲੇ ਚਲੀ ਗਈ ਹੈ। ਇਹਦੇ ਕੋਲੇ ਕਿਹੜਾ ਪਰਿਵਾਰ ਹੈ। ਹਾਂਜੀ, ਬਸੋਂ ਰਹਿਣ ਦਿਨ ਤਿਨਹਿ ਮੈਂ, ਪਤ ਜਹ ਪਰਮ ਅਪਾਰ। ਆਖਿਆ ਮੈਂ ਆਪਣੇ ਪਰਿਵਾਰ ਵਿੱਚ ਰਹਿਣਾ ਦਿਨ ਰਾਤ ਤੇ ਮੇਰੀ ਇੱਜ਼ਤ ਵੀ ਸਲਾਮਤ ਰਹਿੰਦੀ ਹੈ। ਹਾਂਜੀ, ਪ੍ਰੇਮ ਪਿਤਾ ਬਰ ਸੁਮਤ ਸੁਮਾਤਾ, ਤਾਏ ਦੁਲਾਰੇ ਕਰ ਹਿਤ ਸ਼ਾਂਤਾ। ਵੇਖੋ ਚਾਚਾ ਜੀ, ਮੇਰੇ ਕੋਲ ਜਿਹੜਾ ਪ੍ਰੇਮ ਹੈ ਉਹ ਮੇਰਾ ਪਿਤਾ ਹੈ। ਜਿਹੜੀ ਸੁਮਤ ਹੈ, ਚੰਗੀ ਬੁੱਧੀ ਹੈ, ਇਹ ਮੇਰੇ ਕੋਲ ਮੇਰੀ ਮਾਂ ਹੈ। ਇਸ ਤਰ੍ਹਾਂ ਧਾਏ ਦੁਲਾਰੇ ਕਰ ਹਿਤ ਸ਼ਾਂਤਾ। ਤੇ ਇਹ ਪ੍ਰੇਮ ਤੇ ਜਿਹੜੀ ਸੁਮਤ ਹੈ, ਇਹਨਾਂ ਨੇ ਇੱਕ ਦਾਈ ਰੱਖੀ ਹੋਈ ਹੈ, ਉਹ ਸ਼ਾਂਤੀ ਹੈ ਜਿਹੜੀ ਹਰ ਵਕਤ ਮੈਨੂੰ ਖਡਾਉਂਦੀ ਹੈ, ਉਹ ਖੜਾਵੇ ਦਾ ਕੰਮ ਕਰਦੀ ਹੈ। ਹਾਂਜੀ, ਭਇਓ ਸੰਤੋਖ ਭਲੋ ਸੋ ਦਾਇਆ, ਨਿਸਬਾ ਸਰਲੇ ਅੰਕ ਖਿਲਾਇਆ। ਇੱਕ ਸ਼ਾਂਤੀ ਉਹ ਦਾਈ ਹੈ, ਇੱਕ ਸੰਤੋਖ ਹੈ ਉਹ ਦਾਇਆ ਹੈ। ਇਹ 2 ਖੜਾਵੇ ਨੇ। ਨਿਸ ਬਾਸਰ ਲੈ ਅੰਕ ਖਲਾਇਆ, ਇਹਨਾਂ ਨੇ ਮੈਨੂੰ ਖੜਾਇਆ, ਇਹਨਾਂ ਨੇ ਮੈਨੂੰ ਮੇਰੀ ਪਾਲਣਾ ਪੋਸ਼ਣਾ ਕੀਤੀ, ਮੇਰੀ ਸੰਭਾਲ ਕੀਤੀ ਹੈ। ਹਾਂਜੀ, ਖਿਮਾ ਭਗਨ ਬਹਿਰਾਗ ਸੁਭਾਈ, ਸਤ ਚਾਚਾ ਹਿਰਦੈ ਹਿਤ ਲਾਈ। ਮੇਰੇ ਕੋਲ ਵੀ ਇੱਕ ਚਾਚਾ ਹੈ। ਹੁਣ ਚਾਚਾ ਲਾਲੂ ਵੇਖਦਾ ਵੀ ਇਹਦੇ ਕੋਲੇ ਕਿਹੜਾ ਚਾਚਾ। ਚਾਚਾ ਤੇ ਮੈਂ ਆ। ਸਤਿਗੁਰੂ ਕਹਿਣ ਲੱਗੇ ਨਹੀਂ, ਮੇਰੇ ਕੋਲੇ ਚਾਚਾ ਹੈ ਸਤ ਚਾਚਾ। ਖਿਮਾ ਭਗਣ ਕਹਿੰਦੇ ਮੇਰੇ ਕੋਲ ਇੱਕ ਭੈਣ ਵੀ ਹੈ। ਹੁਣ ਭੈਣ ਤੇ ਬੇਬੇ ਨਾਨਕੀ ਸੀ। ਸਤਿਗੁਰੂ ਕਹਿਣ ਲੱਗੇ ਮੇਰੇ ਕੋਲੇ ਕਿਸੇ ਨੂੰ ਖਿਮਾ ਕਰ ਦੇਣਾ, ਇਹ ਭੈਣ ਹੈ। ਵੈਰਾਗ ਸੁਭਾਈ, ਮੇਰੇ ਕੋਲੇ ਭਰਾ ਵੀ ਹੈ। ਉਹ ਕੀ ਹੈ? ਉਹ ਵੈਰਾਗ ਹੈ, ਹਮੇਸ਼ਾ ਰੱਬ ਦੀ ਯਾਦ ਵਿੱਚ ਰਹਿਣਾ। ਹਾਂਜੀ, ਗਿਆਨ ਸਪੂਤ ਉਪਜ ਸੁਖ ਪਾਇਆ, ਸਭ ਬਾਂਧਵ ਮੈਂ ਨਾਮ ਵਧਾਇਆ। ਮੇਰੇ ਕੋਲ ਇੱਕ ਪੁੱਤਰ ਵੀ ਹੈ। ਉਹ ਕਹਿੰਦੇ ਪੁੱਤਰ ਕਿਹੜਾ ਹੈ? ਕਹਿੰਦੇ ਗਿਆਨ। ਇਸ ਪਰਿਵਾਰ ਨੇ ਮੇਰਾ ਦੁਨੀਆ ਦੇ ਵਿੱਚ ਮਾਣ ਸਨਮਾਨ ਬੜਾ ਵਧਾਇਆ, ਇੱਜ਼ਤ ਬੜੀ ਵਧਾਈ ਹੈ। ਗੱਲ ਤੇ ਠੀਕ ਹੈ। ਜਿਹਦੇ ਕੋਲੇ ਪ੍ਰੇਮ ਹੈ, ਜਿਹਦੇ ਕੋਲੇ ਖਿਮਾ ਹੈ, ਜਿਹਦੇ ਕੋਲੇ ਸ਼ਾਂਤੀ ਹੈ, ਜਿਹਦੇ ਕੋਲੇ ਸੰਤੋਖ ਹੈ, ਜਿਹਦੇ ਕੋਲੇ ਸੁਭਾਅ ਹੈ, ਚੰਗਾ ਕਿਸੇ ਦੇ ਨਾਲ ਵਰਤਾਰਾ, ਜਿਹਦੇ ਕੋਲੇ ਸੱਤ ਹੈ, ਦੱਸੋ ਉਸ ਬੰਦੇ ਨੂੰ ਕਾਹਦਾ ਘਾਟਾ ਹੈ। ਜਦੋਂ ਵੀ ਸਾਡਾ ਕੋਈ ਨੁਕਸਾਨ ਹੁੰਦਾ ਹੈ, ਜਦੋਂ ਸਾਡੀ
कोई गल विगड़दी है तो इन्हां ही 5-7 चीज़ों के विचों कोई ना कोई चीज़ जदों लॉस होंदी है तो उहदा ही सानू खमियाजा भुगतना पैंदा है भाई। हाँ जी। तेह को सुत विग्यास प्रकाशा जिन दारद अज्ञान विनाशा। तेह को सुत बेग्यान प्रकाशा। हुण इस परिवार दे विचों जिहड़ा ज्ञान रूपी पुत्र पैदा होया है, जिन दारद अज्ञान बनासा, उन्हें मेरी गरीबी भी कट दी है, अज्ञानता भी कट दी है। असी सब कुछ पाके भी अमीर नहीं है, लगता है मैनू। एक अवस्था है कि जो मैं अमीर समझदा मैं अमीर हो गया, साल 6 महीने बाद फिर समझते भी नहीं, फिर असी किसी होर नूं वेखना शुरू कर दें, फिर किसी होर नूं वेखना शुरू कर दें। हुण अमीरी का घर तो बड़ी दूर है, जिन्होंने असी अमीर समझते तो कुछ भी नहीं। मैं तो दुनिया च ऐसे ऐसे लोग सुने ने कि जिन्हों के अपने चार्टर्ड जहाज ने, अरब कंट्रियां तो अमेरिका जुआ खेडन जाते हैं। एक निर्मल सिंह नाम का एक पायलट मैनू मिलिया है, तो मोना सी, लंडन साउथ वाली वह घर सी। मैनू वो घर लैके गया, रहिंदा वो कला ही सी, परिवार वह छड़ छड़ा गया उन्होंने। तो उहदे घर विच जहाज़ां दीयां फोटो सी, उहदे विच बैड लगे ने, उहदे विच बाज बैठे ने। मैं कहा की है? ये कहता जिहड़े शेख दा मैं जहाज़ उड़ाउणा ये उहदा जहाज़ है। वो इन्हां पंछियां नूं नाल लैके कहंदा अमेरिका तक ट्रैवल करन जांदे ने। आपां कित्थे? आपां तां किते भी नहीं हैगे। सानू कोई नवा स्कूटर मिल गया, कार मिल गया, कोई फ्लैट मिल गया, कोई बंगला मिल गया, कोई कोठी मिल गई, अमीरी हो गई जी साडी। अमीरां दी दुनिया विच साडी कोई गिणती नहीं, कोई काउंटिंग ही नहीं है, कोई साडी फिगर ही नहीं उहदे विच है ही नहीं। असी इहदा घर दुनिया दा बहुत दूर है। इसे करके सतगुरु कहंदे जदों मैनू ज्ञान रूपी पुत्र मिलिया, उन्हें मेरी गरीबी कट दी। क्योंकि असी इसे भुलेखे च तुरे फिरदे भी कदे अमीर होवांगे। मेरे वर्गे कई बंदे ऐसे ने जिन्होंने अपनी जिंदगी च पैसे नूं वरत्या नहीं है। वो यही सोची जाते हैं अमीर होवांगा तो वरतांगा, फिर महंगे कपड़े पावांगा, फिर महंगा घर बनावांगा, फिर मैं महंगी गड्डी लवांगा। वो तिन्ने चीज़ां लैण तो पहलां उन्होंने दूजी गड्डी मिल जाती, और जी 4 बंदे चुकते हैं, कहते चल छड्ड पैसे नूं। वो फ्री वाली गड्डी मिलती है, लोग राम नाम सत है इहो तेरी गत है, उन्होंने जाके साड़ आउंदे ने, चल अगे जाके मीरी भोगी अपनी। बड़ी दुनिया है जिहड़ी सिर्फ इस भुलेखे विच है। जिहड़ी गल किसी फकीर ने सिकंदर बादशाह नूं कही सी ना कि सारी दुनिया जितन तो बाद फिर तू आराम नाल बैठेगा, आराम नाल लेटेगा, कहंदा फिर तो बड़ा मूर्ख है। बादशाह कहता भी कमाल है, मूर्ख किवें आ? कहता जिवें मैं आराम नाल लेटिया तू दुनिया जितन तो बाद लेटेगा, फिर तो बड़ा मूर्ख है। भी पता नहीं दुनिया जितेगा कि नहीं जितेगा। साडे सारियां दी हालत यह है कि असीं इदां ही सोचते हैं। एक मिशन लैके तुरे हुए हैं, वो मिशन पूरा नहीं होंदा, उम्र पूरी हो जाती है, श्वास पूरे हो जाते हैं, जिंदगी पूरी हो जाती है। सतगुरु कहन लगे मैनू ज्ञान मिल गया है, ज्ञान ने 2 काम कर दिते, मेरी गरीबी ते अज्ञानता कट दी है। भुलेखे ही ने, होर की है। आप 4 दोस्त बने, ये भी भुलेखा है, ये पक्के नहीं है, किसी भुलेखे च ना पैना। सतगुरु की बाणी च लिखे है, ये संसारे के कुटुंब जो मित्र भाई दीस है, मन मेरे ते सब अपने स्वाए मलासा। सब अपने मतलब लिए इकट्ठे होए ने, तुहानू मेरे नाल काम है, मैनू तुहाडे नाल काम है, यारी पक्की है। जदों तुहानू मेरे नाल काम कोई ना रहा, मैनू तुहाडे नाल काम कोई ना रहा, तो फिर तू कौन ते मैं कौन? हाँ जी। यह परिवार सरस सुख रासो, जिसमें हाँ नित करत बिलासो। गुरु नानक साहब कहन लगे चाचा मैं अपने परिवार विच बड़ा ही सुखी हाँ, बड़ा खुश हाँ, क्योंकि मेरे परिवार विच सत है,
मेरे परिवार विच खिमा है, मेरे परिवार विच प्रेम है, मेरे परिवार विच सुमत है, मेरे परिवार विच संतोख है, मेरे परिवार विच शांति है। हुण दसो साडे परिवार विच हैगी है ना? साडे परिवार च की है? एक घरवाली है, दो मुंडे ने, एक कुड़ी है जां दो कुड़ियां ने, एक मुंडा है जां किसी का एक बच्चा है। पुछो भी सुख शांति कित्थे है? सत हैगा, खिमा हैगी है, प्रेम हैगा। अज हालात ये ने कि जे घर दे 3 जी ने ते 3 कमरे ने, और उन्होंने पुछो तिना बंदियां नूं एक घर दे विच रहिंदे ने भी कदे इकट्ठे बह के रोटी खाधी है? हुणे ने एक सज्जण मेरे कमरे च आए तो गल हासे च तुर पई। तो वो कहन लगे भी सिंघणी बाथरूम गई तो डिग पई। मैं कहा भी डिगी डुगी कोई नहीं, असल च इन्हां 3-4 महीनों ही पता लगा भी आप इकट्ठे रह भी सकते कि नहीं रह सकते। गल हासे दी सी, हालांकि सच सी भी वो डिगे तो सट लग गई। तो मैं उन्होंने मजाक करन लग गया। मैं कहा भी आप इकट्ठे रह ही नहीं कदे, रहे तो आप लड़ पैने, धक्के धुके दिते होने तुसी ते भैन जी डिग पे। गल ये भी साडे कोल प्रेम हैगा, प्यार हैगा, सत हैगा, संतोख हैगा, दया हैगी ना? घर च की है? फ्रिज हैगा, टीवी हैगा, एसी हैगे ने, बैड हैगे ने, स्कूटर हैगे ने, वखरियां वखरियां कारां हैगियां ने, सब दे अपने अपने मोबाइल ने। असल परिवार थोड़ा ये है जिन्हें तुहानूं सुकून देना है, जिन्हें तुहानूं पीस देना है, जिन्हें तुहानूं शांति देनी है। जे सारा कुछ घर होवे ते बंदे गुरुद्वारे आउण ही ना, कोई ना आवे इत्थे। इसे करके जदों तुसीं गुरुद्वारे बैठो, जे अखां खोल के बहना है तो एक गल का ध्यान रखियो, इत्थे गरीब भी आ रहा है, अमीर भी आ रहा है। फिर एनालिसिस जरूर करियो भी गरीब आया है, गल समझ आउंदी, पैसे मंगदा होएगा, ये अमीर क्यों आया है? अमीर आदमी कोल ते पैसे हैगे ने। असल च अमीर इस करके आया भी वो पैसे लैके भी शांति है नहीं उहदे कोले। एक बीमार आया, उन्होंने फड़ के लोग लैके आए ने, गल समझ आउंदी है। ते एक ने ते मोढियां ते टैटू बनाए ने, वो मत्था टेकण काहदे लई आया? पेशेंट आया तो समझ आउंदी है, पर जिन्हें अपनी बॉडी बनाई हुई वो काहदे लई मत्था टेकण आया? सच है भी सुख शांति उहदे कोल भी नहीं है। ये एक परिवार है। गुरु नानक साहब कहन लगे, चाचा ये परिवार सरस सुख रासू जिसमें हों नित करत बिलासू। चाचा मेरा ये परिवार है, मैं बड़ा खुश रहना, बड़ा सुखी रहना। परिवार विच की है? प्रेम। परिवार विच की है? सुमत। परिवार विच की है? खिमा। परिवार विच की है? संतोख। ये परिवार है तुहाडा। परिवार विच की है? वैराग। जे ये चीज़ां कोल नहीं हैगी तो बाकी परिवार की करना है? बाकी तो इहो ही है भी एक दूजे नाल सवेरे उठ के लड़न लग पैंदा है, लड़दे लड़दे सौ जाइदा है, सवेरे उठ के फिर शुरू कर लईदा है। सच्चे पातशाह ने एक अध्यात्मक एक फैमिली जिहड़ी परिवार जिहड़ा है अज कथा दे विच उहदा जिक्र कीता है। अगली कथा सतगुरु कृपा करन आपां कल गुरु की गोद विच बैठ के सुणीए, क्योंकि चाचा चाहुंदा है घर चलीए। सतगुरु कहन लगे मेरा परिवार तो मेरे कोल है। सतगुरु मेहर करन, भुल्लां बख्शो जी, फतेह बुलाओ। वाहिगुरु जी का खालसा, वाहिगुरु जी की फतेह।